ਬੀਜੇਪੀ ਦੀ ਕੇਂਦਰ ਸਰਕਾਰ ਯੂਆਪਾ ਦੇ ਕਾਨੂੰਨ ਨੂੰ NIA ਦੀ ਏਜੰਸੀ ਦੇ ਥਰੂ ਉਹਦਾ ਬਹੁਤ ਦੁਰਉਪਯੋਗ ਕਰ ਰਹੀ ਆ, ਲੋਕਾਂ ਨੂੰ ਡਰਾ ਰਹੀ ਆ, ਧਮਕਾ ਰਹੀ ਆ। ਆਰਮ ਟਵਿਸਟਿੰਗ, ਗੈਗਿੰਗ ਵੌਇਸ, ਕੋਅਰਸ਼ਨ, ਜਿੰਨੇ ਵੀ ਲਫ਼ਜ਼ ਨੇ ਉਹ ਸਾਰੇ ਢੁਕਦੇ ਨੇ। ਜਿਹੜੇ ਲੋਕ ਅੰਦੋਲਨ ਦੇ ਮੋਹਰੇ ਲੱਗੇ ਹੋਏ ਨੇ ਜਾਂ ਉਹਦੇ ਪਿੱਛੋਂ ਸਪੋਰਟ ਕਰਦੇ ਨੇ, ਉਹਨਾਂ ਨੂੰ ਦਹਿਸ਼ਤ ਪਾਉਣ ਵਾਸਤੇ ਉਹਨਾਂ ਨੇ NIA ਦੇ ਨੋਟਿਸ ਕੱਢਣੇ ਸ਼ੁਰੂ ਕਰ ਦਿੱਤੇ। ਮੀਡੀਆ ਦਾ ਸਵਾਗਤ ਹੈ। ਅੱਜ ਮੈਂ ਗੱਲ ਕਰਨਾ ਚਾਹੁੰਦਾ ਜਿਹੜਾ ਬਹੁਤ ਵੱਡੇ ਪੱਧਰ ਤੇ ਬੀਜੇਪੀ ਦੀ ਕੇਂਦਰ ਸਰਕਾਰ ਯੂਆਪਾ ਦੇ ਕਾਨੂੰਨ ਨੂੰ NIA ਦੀ ਏਜੰਸੀ ਦੇ ਥਰੂ ਉਹਦਾ ਬਹੁਤ ਦੁਰਉਪਯੋਗ ਕਰ ਰਹੀ ਆ, ਲੋਕਾਂ ਨੂੰ ਡਰਾ ਰਹੀ ਆ, ਧਮਕਾ ਰਹੀ ਆ। ਆਰਮ ਟਵਿਸਟਿੰਗ, ਗੈਗਿੰਗ ਵੌਇਸ, ਕੋਅਰਸ਼ਨ, ਜਿੰਨੇ ਵੀ ਲਫ਼ਜ਼ ਨੇ ਉਹ ਸਾਰੇ ਢੁਕਦੇ ਨੇ। ਔਰ ਮੈਂ ਸਮਝਦਾ ਕਿ ਇਸ ਵੱਡੇ ਪੱਧਰ ਤੇ NIA ਦੇ ਨੋਟਿਸਿਸ ਉਸ ਵਕਤ ਕੱਢਣੇ ਜਦੋਂ ਇੱਕ ਪਾਸੇ ਲੱਖਾਂ ਲੋਕ ਪੰਜਾਬ ਦੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰ ਰਹੇ, ਆਪਣੇ ਹਕੂਕ ਦੀ ਲੜਾਈ ਲੜ ਰਹੇ ਨੇ। ਉਸ ਵਕਤ ਬੀਜੇਪੀ ਨੇ ਦੇਖਿਆ ਕਿ ਜਿਹੜੇ ਬਾਕੀ ਸਾਰੇ ਹੱਥਕੰਡੇ ਫੇਲ ਹੋ ਗਏ ਉਹਨਾਂ ਦੇ। ਹਰਿਆਣੇ ਦੀ ਖੱਟੜ ਸਰਕਾਰ ਕਿਸਾਨਾਂ ਤੇ ਨੌਜਵਾਨਾਂ ਦੇ ਹਜੂਮ ਨੂੰ ਰੋਕ ਨਹੀਂ ਪਾਈ। ਬੀਜੇਪੀ ਦੀਆਂ ਕੋਝੀਆਂ ਚਾਲਾਂ ਉਹਨਾਂ ਨੇ ਇਸ ਅੰਦੋਲਨ ਨੂੰ ਕਦੀ ਇਹਨੂੰ ਹੁੱਲੜਬਾਜ਼ਾਂ ਦਾ ਅੰਦੋਲਨ ਕਿਹਾ, ਕਦੀ ਇਸ ਨੂੰ ਨਕਸਲਵਾਦੀ ਕਿਹਾ, ਇੱਥੋਂ ਤੱਕ ਕਿ ਖਾਲਿਸਤਾਨ ਦੇ ਵੀ ਇਲਜ਼ਾਮ ਲਾ ਦਿੱਤੇ। ਔਰ ਇਹ ਇਲਜ਼ਾਮ ਲਾ ਦਿੱਤੇ ਕਿ ਇਹ ਪੈਸਾ ਪਾਕਿਸਤਾਨ ਅਤੇ ਚੀਨ ਤੋਂ ਆ ਰਿਹਾ ਵਾ। ਜਦੋਂ ਇਹ ਸਾਰੀਆਂ ਚਾਲਾਂ ਬੀਜੇਪੀ ਦੀਆਂ ਵਿਫਲ ਹੋ ਗਈਆਂ, ਨਹੀਂ ਚੱਲੀਆਂ, ਤੇ ਹੁਣ ਉਹਨਾਂ ਨੇ NIA ਦੇ ਜ਼ਰੀਏ ਜਿਹੜੇ ਲੋਕ ਅੰਦੋਲਨ ਦੇ ਮੋਹਰੇ ਲੱਗੇ ਹੋਏ ਨੇ ਜਾਂ ਉਹਦੇ ਪਿੱਛੋਂ ਸਪੋਰਟ ਕਰਦੇ ਨੇ, ਉਹਨਾਂ ਨੂੰ ਦਹਿਸ਼ਤ ਪਾਉਣ ਵਾਸਤੇ ਉਹਨਾਂ ਨੇ NIA ਦੇ ਨੋਟਿਸ ਕੱਢਣੇ ਸ਼ੁਰੂ ਕਰ ਦਿੱਤੇ ਨੇ। 40 ਦੇ ਕਰੀਬ ਨੋਟਿਸਿਸ। ਸਭ ਤੋਂ ਇੰਪੋਰਟੈਂਟ ਅਗਰ ਮੈਂ ਗੱਲ ਕਰਾਂ, ਖਾਲਸਾ ਏਡ, ਉਹਨਾਂ ਦਾ ਜਿਹੜਾ ਇੰਡੀਆ ਦਾ ਹੈੱਡ ਹੈ ਅਮਰਪ੍ਰੀਤ ਸਿੰਘ, ਉਸ ਨੂੰ NIA ਦਾ ਨੋਟਿਸ ਦੇਣਾ ਤੇ ਪੁਰਾਣੀ FIRs ਕੱਢ ਲਈਆਂ ਜਿਹੜੀਆਂ ਟੈਰਰ ਨਾਲ ਰਿਲੇਟਡ ਸੀਗੀਆਂ। 6 ਫॉर ਜਸਟਿਸ ਦੀਆਂ ਪੁਰਾਣੀਆਂ ਸ਼ਾਇਦ 2020 ਦੀਆਂ ਜਾਂ ਸ਼ਾਇਦ 2019 ਦੀਆਂ FIRs, ਇਹਨਾਂ ਨੂੰ ਹੁਣ ਚੇਤੇ ਆਇਆ ਕਿ ਇਹ ਲੋਕ ਇਹਨਾਂ ਕੇਸਾਂ ਦੇ ਵਿੱਚ ਇਨਵੋਲਵਡ ਨੇ। ਔਰ ਸ਼ਰਮ ਦੀ ਗੱਲ ਇਹ ਆ ਕਿ ਖਾਲਸਾ ਏਡ ਜਿਹੜੀ ਸੰਸਥਾ ਸਾਰੀ ਦੁਨੀਆ ਵਿੱਚ, ਇਕੱਲੇ ਪੰਜਾਬੀਆਂ ਨੂੰ ਨਹੀਂ, ਇਕੱਲੀਆਂ ਸਿੱਖਾਂ ਦੇ ਵਾਸਤੇ ਨਹੀਂ, ਇਕੱਲੇ ਭਾਰਤ ਵਾਸੀਆਂ ਨੇ ਨਹੀਂ, ਸਾਰੀ ਦੁਨੀਆ ਦੇ ਵਿੱਚ ਉਹ ਹਿਊਮੈਨਿਟੇਰੀਅਨ ਵਰਕ ਕਰ ਰਹੇ ਨੇ। ਜੇ ਸੀਰੀਆ ਵਿੱਚ ਲੋਕ ਘਰੋਂ ਕੱਢੇ ਜਾਂਦੇ ਨੇ, ਰਿਫਿਊਜੀ ਬਣਦੇ ਨੇ, ਤੇ ਖਾਲਸਾ ਏਡ ਦੀ ਜਥੇਬੰਦੀ ਉੱਥੇ ਪਹੁੰਚਦੀ ਆ। ਜੇ ਇਰਾਕ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਨਸਾਨੀਅਤ ਦਾ ਨੁਕਸਾਨ ਹੁੰਦਾ ਤਾਂ ਖਾਲਸਾ ਏਡ ਉੱਥੇ ਪਹੁੰਚਦੀ ਆ। ਜੇ ਕੇਰਲਾ ਦੇ ਵਿੱਚ ਫਲੱਡਸ ਆਉਂਦੇ ਨੇ ਤੇ ਖਾਲਸਾ ਏਡ ਉੱਥੇ ਪਹੁੰਚਦੀ ਆ ਮਦਦ ਕਰਨ ਲਈ। ਜੇ ਹੋਰ ਕੋਈ ਕੁਦਰਤੀ ਆਫਤ ਆਉਂਦੀ ਆ ਦੁਨੀਆ 'ਚ ਕਿਤੇ ਵੀ, ਇਹ ਉੱਥੇ ਪਹੁੰਚਦੇ ਨੇ। ਇੱਥੋਂ ਤੱਕ ਕਿ ਹਾਲ ਹੀ ਵਿੱਚ ਬਰਮਾ 'ਚੋਂ ਜਿਹੜੇ ਮਾਈਨੋਰਿਟੀ ਕਮਿਊਨਿਟੀ ਸੀ, ਰੋਹਿੰਗਾਜ਼, ਉਹਨਾਂ 'ਤੇ ਬਹੁਤ ਤਸ਼ੱਦਦ ਹੋਇਆ, ਉਹਨਾਂ ਦੀ ਔਰਤਾਂ ਨਾਲ ਬਲਾਤਕਾਰ ਹੋਇਆ, ਉਹਨਾਂ ਦੀ ਮਦਦ ਕਰਨ ਵਾਸਤੇ ਖਾਲਸਾ ਏਡ ਪਹੁੰਚੀ। ਤੇ ਖਾਲਸਾ ਏਡ ਨੂੰ ਕਿਹਦੇ ਨਾਲ ਜੋੜ ਰਹੇ ਨੇ? ਖਾਲਸਾ ਏਡ ਨੂੰ ਜੋੜ ਰਹੇ ਨੇ ਅੱਤਵਾਦੀਆਂ ਦੇ ਨਾਲ, ਦਹਿਸ਼ਤਗਰਦ ਨਾਲ। ਅਸਲ ਦਹਿਸ਼ਤਗਰਦ ਅੱਜ ਦੀ ਡੇਟ ਵਿੱਚ ਅਗਰ ਕੋਈ ਹੈ ਤਾਂ ਬੀਜੇਪੀ ਦੀ ਸਰਕਾਰ ਹੈ। ਇਹ ਦਹਿਸ਼ਤ ਮਾਰੀ ਹੈ। ਖਾਲਸਾ ਏਡ ਜਾਂ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਤਾਂ ਲੰਗਰ ਲਾ ਰਹੇ ਨੇ, ਉਹ ਤਾਂ ਭੁੱਖਿਆਂ ਨੂੰ ਰੋਟੀ ਖਵਾ ਰਹੇ ਨੇ, ਉਹ ਤਾਂ ਇਨਸਾਨੀਅਤ ਦਾ ਕੰਮ ਕਰ ਰਹੇ ਨੇ। ਇਸੇ ਤਰ੍ਹਾਂ ਹੀ ਦੀਪ ਸਿੱਧੂ, ਆਪਾਂ ਸਾਰੇ ਜਾਣਦੇ ਕਿ ਉਸਨੇ ਸ਼ੰਭੂ ਮੋਰਚੇ ਤੋਂ ਸ਼ੁਰੂਆਤ ਕੀਤੀ। ਇੱਕ ਪੜ੍ਹਿਆ ਲਿਖਿਆ ਨੌਜਵਾਨ ਹੈ, ਆਪਣੀ ਗੱਲ ਕਹਿੰਦਾ ਬੇਬਾਕੀ ਦੇ ਨਾਲ, ਉਹਨੂੰ ਵੀ ਟਾਰਗੇਟ ਕਰਤਾ। ਬਲਦੇਵ ਸਿੰਘ ਸਿਰਸਾ, ਉਹਦੀ ਜਥੇਬੰਦੀ ਕਿਸਾਨ ਅੰਦੋਲਨ ਦੇ ਵਿੱਚ ਇੱਕ ਮੈਂਬਰ ਹੈ, ਕਮੇਟੀ ਆ, ਉਹਨਾਂ ਨੂੰ ਵੀ ਟਾਰਗੇਟ ਕਰਤਾ। 40 ਦੇ ਕਰੀਬ ਜਿਹੜੇ ਪਿੱਛੋਂ ਲੋਕ ਔਰ ਫੰਡਿੰਗ ਦਾ ਬਹਾਨਾ ਬਣਾ ਰਹੇ ਨੇ। ਲੈਟ ਮੀ ਟੈਲ ਯੂ ਵਨ ਥਿੰਗ ਵੈਰੀ ਕੈਟੇਗੋਰਿਕਲੀ ਕਲੀਅਰ, ਦੁਨੀਆ ਭਰ 'ਚੋਂ ਲੋਕਾਂ ਨੇ ਜਿਹੜੇ ਪੈਸੇ ਭੇਜੇ ਨੇ, ਉਹ ਅਗਰ ਭੇਜੇ ਨੇ ਲੈਜਿਟੀਮੇਟ ਤਰੀਕਿਆਂ ਦੇ ਰਾਹੀਂ, ਵੈਸਟਰਨ ਯੂਨੀਅਨ 'ਚੋਂ ਅਗਰ ਕੋਈ ਟ੍ਰਾਂਸਫਰ ਕਰਦਾ, ਲੈਟ ਸੇ 50,000 ਰੁਪਈਆ, ਲੱਖ ਰੁਪਈਆ, ਉਹਦੇ ਨਾਲ ਕਿੱਡੀ ਕੁ ਵੱਡੀ ਦਹਿਸ਼ਤ ਪੈ ਰਹੀ ਹੈ ਜੀ ਪੰਜਾਬ ਦੇ ਵਿੱਚ। ਔਰ ਸਭ ਪਤਾ ਬੀਜੇਪੀ ਨੂੰ ਕਿ ਇਹ ਪੈਸਾ ਕਿਸ ਅਰਥ ਲੱਗ ਰਿਹਾ। ਇਸ ਅੰਦੋਲਨ ਨੂੰ ਟੋਰਪੀਡੋ ਕਰਨ ਦੇ ਨਜ਼ਰੀਏ ਨਾਲ, ਇਹਨੂੰ ਖਦੇੜਨ ਦੇ ਨਜ਼ਰੀਏ ਨਾਲ, ਇਹਨੂੰ ਕਮਜ਼ੋਰ ਕਰਨ ਦੇ ਨਜ਼ਰੀਏ ਨਾਲ ਜਿਹੜੇ ਲੋਕ ਇਹਦੇ ਹਮਾਇਤੀ ਨੇ ਉਹਨਾਂ ਨੂੰ ਯੂਆਪਾ ਦੇ ਨੋਟਿਸਿਸ ਭੇਜੇ ਜਾ ਰਹੇ ਨੇ। ਇਹ ਸਰਾਸਰ ਅਨਡੈਮੋਕ੍ਰੈਟਿਕ ਹੈ ਔਰ ਮਿਸਯੂਜ਼ ਆਫ ਏਜੰਸੀਜ਼ ਲਾਈਕ CBI, like ED. Unfortunately, all the vital organizations of this country have been now captured
have been hijacked by the BJP and NIA is no different. ਅਫਸੋਸ ਇਸ ਗੱਲ ਦਾ ਕਿ ਜਿਹੜੀਆਂ ਸਾਡੀਆਂ ਪ੍ਰਮੁੱਖ ਪਾਰਟੀਆਂ ਨੇ ਉਹ ਇਸ NIA ਦੇ ਵਿੱਚ ਉਹਨਾਂ ਦੇ ਹੱਥ ਠੋਕਾ ਬਣ ਕੇ ਕੰਮ ਕਰਦੀਆਂ ਰਹੀਆਂ ਨੇ। ਮੈਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣ ਰਿਹਾ ਸੀ, NIA ਤੇ UAP ਦਾ ਕਾਲਾ ਕਾਨੂੰਨ। ਪਹਿਲੀ ਗੱਲ ਤਾਂ ਜਦੋਂ ਅਮੈਂਡਮੈਂਟ ਕੀਤੀ ਗਈ ਆ UAP ਦੇ ਕਾਨੂੰਨ ਦੇ ਵਿੱਚ BJP ਦੀ ਪਿਛਲੀ ਟੈਨਿਓਰ ਵੇਲੇ, ਉਦੋਂ ਅਕਾਲੀ ਦਲ ਨੇ ਤਾਂ ਵੋਟਾਂ ਪਾ ਕੇ ਇਸ ਟਾਡਾ ਵਰਗੇ ਪੋਟਾ ਵਰਗੇ ਕਾਨੂੰਨ ਨੂੰ ਇਹਨੂੰ ਹੋਰ ਡਰੈਕੋਨੀਅਨ ਬਣਾਇਆ। ਕੋਈ ਜ਼ਮਾਨਤ ਨਹੀਂ, ਚਾਰਜ ਸ਼ੀਟ ਫਾਈਲ ਕਰਨ ਦਾ ਕੋਈ ਟਾਈਮ ਨਹੀਂ। ਉਦੋਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਇਸੇ ਕਾਨੂੰਨ ਦਾ ਉਹਨਾਂ ਨੇ ਸਪੋਰਟ ਕੀਤੀ, ਇਹਨਾਂ ਦੀ ਵਜ੍ਹਾ ਨਾਲ ਬਣਿਆ ਵਾ। ਔਰ ਅੱਜ ਸੁਖਬੀਰ ਸਿੰਘ ਬਾਦਲ ਇਹ ਕਹਿ ਰਿਹਾ ਵਾ ਕਿ ਅਮਰਿੰਦਰ ਸਿੰਘ ਬਹੁਤ ਇਹਦਾ ਦੁਰਉਪਯੋਗ ਕਰ ਰਿਹਾ। ਠੀਕ ਹੈ, ਅਮਰਿੰਦਰ ਸਿੰਘ ਦੀ ਸਰਕਾਰ ਨੇ ਗਲਤ ਕੰਮ ਕੀਤੇ ਨੇ। 47 ਦੇ ਕਰੀਬ ਮੁਕੱਦਮੇ ਕਾਂਗਰਸ ਦੀ ਮੌਜੂਦਾ ਸਰਕਾਰ ਨੇ ਵੀ ਦਰਜ ਕੀਤੇ ਨੇ ਪੰਜਾਬ, ਜਿਹੜੇ ਕਿ ਸਰਾਸਰ ਗਲਤ। ਪਰ ਇਹਦੀ ਸ਼ੁਰੂਆਤ ਸੁਖਬੀਰ ਸਿੰਘ ਬਾਦਲ ਨੇ ਕੀਤੀ ਪੰਜਾਬ 'ਚ। ਤੁਹਾਨੂੰ ਯਾਦ ਹੋਵੇਗਾ ਇੱਕ ਕੇਸ ਨਵਾਂ ਸ਼ਹਿਰ ਪੁਲਿਸ ਨੇ 3 ਨੌਜਵਾਨ ਫੜੇ ਸੀਗੇ, ਅਰਵਿੰਦਰ ਸਿੰਘ ਤੇ ਦੂਸਰੇ 2 ਨੌਜਵਾਨਾਂ ਦਾ ਮੇਰੇ ਨਾਮ ਸਲਿਪ ਕਰ ਰਿਹਾ ਵਾ। ਉਹਨਾਂ ਦੇ ਕੋਲ ਉਹਨਾਂ ਕੋਲ ਕੀ ਇਲਜ਼ਾਮ ਸੀ? ਦੇਖੋ, ਯੁਆਪਾ ਲਾਈ, ਸੁਣਨ ਵਾਲੀ ਗੱਲ ਹੈ। ਉਹਨਾਂ ਦੇ ਯੁਆਪਾ ਲਾਈ ਤੇ ਉਹਨਾਂ ਤੇ ਇਲਜ਼ਾਮ ਕੀ ਸੀਗਾ ਕਿ ਉਹਨਾਂ ਕੋਲੋਂ ਲਿਟਰੇਚਰ ਕਿ ਉਹਨਾਂ ਦੇ ਕੋਲੋਂ ਐਂਟੀ ਨੈਸ਼ਨਲ ਲਿਟਰੇਚਰ ਪਾਈ ਗਈ। ਪਰ ਪੁਲਿਸ ਨੇ ਆਪਣੀ ਚਾਰਜ ਸ਼ੀਟ ਵਿੱਚ ਜਿਹੜਾ ਫੈਕਟਸ ਫਾਈਲ ਕੀਤੇ ਨੇ, ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਲਿਟਰੇਚਰ ਦੇ ਇਲਜ਼ਾਮ ਕਿਹਦੇ ਸੀਗੇ? ਕਿਹੜੀ ਲਿਟਰੇਚਰ ਫੜੀ ਆ ਯੁਆਪਾ ਦੇ ਤਹਿਤ? ਨਵਾਂ ਸ਼ਹਿਰ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਦੇ ਵੇਲੇ ਜਦੋਂ ਇਹ ਹੋਮ ਮਿਨਿਸਟਰ ਸੀਗਾ, ਲਿਟਰੇਚਰ ਫੜੀ ਗਈ ਜੀ। ਭਾਈ ਰਣਧੀਰ ਸਿੰਘ ਜੀ, ਜਿਹੜੇ ਇਸ ਦੇਸ਼ ਦੇ ਫਰੀडम ਫਾਈਟਰ ਸੀਗੇ, ਉਹਨਾਂ ਨੇ 1926 'ਚੋਂ ਨਾ ਜੇਲ੍ਹ 'ਚੋਂ ਕੁਝ ਚਿੱਠੀਆਂ ਲਿਖੀਆਂ ਸੀਗੀਆਂ। ਇਸ ਅਰਵਿੰਦਰ ਸਿੰਘ 29 ਸਾਲ ਦਾ ਨੌਜਵਾਨ ਸੀ, ਇਹਦੇ ਕੋਲੋਂ ਭਾਈ ਰਣਧੀਰ ਸਿੰਘ, ਇੱਕ ਇੰਡੀਆ ਦਾ ਫਰੀडम ਫਾਈਟਰ ਔਰ ਬੜਾ ਮਹਾਨ ਵਿਅਕਤੀ ਸਾਡਾ ਪੰਜਾਬ ਦਾ, ਉਹਦੀ ਲਿਟਰੇਚਰ ਫੜ ਕੇ ਉਹਦੇ ਤੇ ਮੁਕੱਦਮਾ ਯੁਆਪਾ ਦਾ ਦਰਜ ਕਰ ਦਿੱਤਾ। ਇਸੇ ਤਰ੍ਹਾਂ ਹੀ ਇੱਕ ਪੋਇਮ ਲਿਖੀ ਗਈ ਸੀਗੀ ਭਾਈ ਫੌਜਾ ਸਿੰਘ ਵੱਲੋਂ, ਜਿਹੜਾ 13 ਸਿੱਖ ਮਾਰੇ ਗਏ ਸੀ ਨਾ ਨਿਰੰਕਾਰੀ ਸਿੱਖ ਕਲੈਸ਼ ਵਿੱਚ 13 ਅਪ੍ਰੈਲ 1978 ਨੂੰ, ਤੇ ਉਹਦੀ ਇੱਕ ਪੋਇਮ ਸੀ ਜੀ ਫੌਜਾ ਸਿੰਘ ਦੀ, ਤੇ ਕੁਝ ਤਸਵੀਰਾਂ ਸੀਗੀਆਂ, ਤੇ ਉਹਨਾਂ ਤੇ ਚੱਕ ਕੇ ਕਿਹਨੇ ਯੁਆਪਾ ਲਾਈ ਸ਼ੁਰੂਆਤ ਪੰਜਾਬ ਵਿੱਚ, ਉਹਨੂੰ ਫੁੱਟ ਹੋਲਡ ਕਿਹਨੇ ਦਿੱਤਾ? NIA ਨੂੰ, ਸੁਖਬੀਰ ਸਿੰਘ ਬਾਦਲ ਨੇ। 47 ਮੁਕੱਦਮੇ ਅਕਾਲੀ ਦਲ ਦੀ ਰਜੀਮ ਦੇ ਵਿੱਚ ਪੰਜਾਬ ਵਿੱਚ ਦਰਜ ਹੁੰਦੇ ਨੇ। ਔਰ ਉਸੇ ਹੀ ਕੜੀ ਨੂੰ ਅੱਗੇ ਵਧਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 50 ਦੇ ਕਰੀਬ ਯੁਆਪਾ ਦੇ ਮੁਕੱਦਮੇ ਪਹਿਲਾਂ ਪੁਲਿਸ ਦਰਜ ਕਰਦੀ ਇੱਥੇ, ਤੇ ਮੁੜ ਕੇ NIA ਨੂੰ ਸੱਦਦੇ ਨੇ ਦਿੱਲੀੋਂ, NIA ਕਿ ਆਓ ਸਾਡੇ ਕੋਲੋਂ ਮੁਕੱਦਮੇ ਚੱਕ ਲਓ, ਬੰਦੇ ਅਰੈਸਟ ਕਰ ਲਓ। ਔਰ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ 6-8 ਮਹੀਨੇ ਪਹਿਲਾਂ ਮੇਰੀ ਕੌਂਸਟੀਟੂਐਂਸੀ ਦਾ ਇੱਕ ਜੋਗਿੰਦਰ ਸਿੰਘ ਗੁੱਜਰ, ਉਹ ਇਟਲੀ ਤੋਂ ਆਇਆ ਸੀ, NRI ਆ। ਉਹ ਜਦੋਂ ਪਿੰਡ ਆਇਆ ਤੇ ਉਹਦੇ ਤੇ ਉਹਨੂੰ ਕਪੂਰਥਲਾ ਪੁਲਿਸ ਨੇ ਅਰੈਸਟ ਕਰ ਲਿਆ। ਮੈਨੂੰ ਜਦੋਂ ਪਤਾ ਲੱਗਿਆ, ਪਿੰਡ ਦੇ ਸਾਰੇ ਪਤਵੰਤੇ ਸੱਜਣ ਆਏ, ਪੰਚਾਇਤ ਆਈ, ਮੈਂ ਪਿੰਡ ਵਿੱਚ ਗਿਆ, ਪਿੰਡ ਦੀ ਸੱਥ ਵਿੱਚ ਬੈਠ ਕੇ ਸਾਰੀ ਜਾਣਕਾਰੀ ਲਿੱਤੀ। ਉਹ ਕਹਿੰਦੇ ਜੀ ਇਹ 65 ਸਾਲ ਦਾ ਬਜ਼ੁਰਗ ਹੈ, ਇਹ ਹਾਰਟ ਪੇਸ਼ੈਂਟ ਹੈ, ਇਹਨੇ ਕਦੀ ਜ਼ਿੰਦਗੀ 'ਚ ਕੀੜੀ ਵੀ ਨਹੀਂ ਮਾਰੀ। ਔਰ ਇਸ ਬੰਦੇ ਤੇ ਇਲਜ਼ਾਮ ਕੀ ਲਾਇਆ? ਇਲਜ਼ਾਮ ਹਾਸੋਹੀਣਾ ਕਿ ਇਹਨੇ SFJ ਦੀ ਇੱਕ ਕਨਵੈਨਸ਼ਨ ਅਟੈਂਡ ਕੀਤੀ ਜਨੀਵਾ ਵਿੱਚ, ਸਵਿਟਜ਼ਰਲੈਂਡ 'ਚ 2018 ਕਿ 19 ਦੇ ਵਿੱਚ, ਜਿੱਥੇ 2500 ਬੰਦਾ ਹੋਰ ਸੀਗਾ। ਉਹ 2500 ਬੰਦੇ ਵਿੱਚ ਇਹਦੀ ਇੱਕ ਫੋਟੋ ਸੀਗੀ, ਯੁਆਪਾ ਲਾ ਦਿੱਤਾ ਜੀ। ਔਰ ਦੂਜਾ ਇਲਜ਼ਾਮ ਸੀਗਾ ਕਿ ਇਟਲੀ ਦੇ ਗੁਰਦੁਆਰਾ ਸਾਹਿਬ 'ਚ ਕਿਸੇ SFJ ਦੇ ਆਫਿਸ ਬੇਅਰਰ ਨੂੰ ਇੱਕ ਸਰੋਪਾ ਦਿੱਤਾ ਜੀ। ਸਰੋਪਾ ਦੇਣਾ ਕੋਈ ਅੱਤਵਾਦ ਆ। ਤੀਸਰਾ ਇਲਜ਼ਾਮ ਸੀਗਾ ਕਿ ਜੋਗਿੰਦਰ ਸਿੰਘ ਗੁੱਜਰ ਨੇ ਆਪਣੇ ਅਕਾਊਂਟ 'ਚੋਂ ਇੰਡੀਆ ਦੇ ਇੱਕ ਅਕਾਊਂਟ ਹੋਲਡਰ ਨੂੰ ਕਿੰਨੇ ਪੈਸੇ ਭੇਜੇ ਜੀ ਅੱਤਵਾਦ ਫੈਲਾਉਣ ਵਾਸਤੇ? 200 ਯੂਰੋਜ਼। ਹਾਊ ਮਚ ਇਜ਼ ਦੈਟ? 14-15 ਹਜ਼ਾਰ ਰੁਪਈਆ। 15 ਹਜ਼ਾਰ ਨਾਲ ਸਾਡਾ ਦੇਸ਼ ਐਡਾ ਕਮਜ਼ੋਰ ਹੈ ਕਿ 15 ਹਜ਼ਾਰ ਦੇ ਨਾਲ ਉੱਡ ਜਾਏਗਾ। ਆ ਜਿਹੜੀਆਂ ਐਂਟਰੀਆਂ ਹੁਣ ਵੀ ਕੋਟ ਕਰ ਰਹੇ ਨੇ, ਇਹ ਸਾਰੀਆਂ ਕੋਈ 50 ਹਜ਼ਾਰ ਦੀਆਂ, ਕੋਈ ਲੱਖ ਰੁਪਏ ਦੀਆਂ। ਐਡਾ ਕਮਜ਼ੋਰ ਹੈ ਭਾਰਤ ਕਿ 50 ਹਜ਼ਾਰ ਰੁਪਏ ਦੇ ਨਾਲ ਟੁੱਟ ਜਾਵੇਗਾ। ਔਰ ਫਿਰ ਗੁੱਜਰ ਦੀ ਮਦਦ ਕੀਤੀ। ਫਿਰ ਉਸ ਤੋਂ ਬਾਅਦ ਇੱਕ ਪਟਿਆਲੇ ਸਮਾਣਾ ਪੁਲਿਸ ਸਟੇਸ਼ਨ ਵਿੱਚ FIR ਦਰਜ ਹੋਈ ਸੀਗੀ, ਪ੍ਰੋਬੇਬਲੀ FIR ਨੰਬਰ 144, ਅਗੇਨ ਅੰਡਰ ਯੁਆਪਾ। ਤੁਸੀਂ ਹੈਰਾਨ ਹੋਵੋਗੇ, ਜਿਹੜੇ ਅੰਦਰ 5 ਨੌਜਵਾਨਾਂ ਨੂੰ ਜਿਨ੍ਹਾਂ ਦਾ ਚਲਾਨ ਕੀਤਾ, ਜਿਨ੍ਹਾਂ ਨੂੰ ਅਰੈਸਟ ਕੀਤਾ, ਅਤ ਗਰੀਬ, ਐਡੇ ਗਰੀਬ ਕਿ ਉਹ ਆਪਣੀ ਆਵਾਜ਼ ਵੀ ਨਹੀਂ ਕੱਢ ਸਕਦੇ। ਦੇ ਆਰ ਵੌਇਸਲੈਸ ਪੀਪਲ, ਬੋਲ ਵੀ ਨਹੀਂ ਸਕਦੇ ਸੀਗੇ। ਆਪਣੀ ਡਿਫੈਂਸ ਵਕੀਲ ਨਹੀਂ ਖੜਾ ਕਰ ਸਕਦੇ, ਆਪ ਬੋਲ ਨਹੀਂ ਸਕਦੇ, ਕੋਈ ਉਹਨਾਂ ਦੇ ਕੋਲ ਡਿਫੈਂਸ ਨਹੀਂ ਸੀਗੀ। ਚੁਣ ਕੇ ਪੰਜਾਬ ਪੁਲਿਸ ਨੇ ਚਾਰੇ ਹੀ 5 ਚੋਂ 4 ਦਲਿਤ ਨੌਜਵਾਨ, ਮੈਂ ਸਾਰਿਆਂ ਦੇ ਪਿੰਡਾਂ 'ਚ ਜਾ ਕੇ ਆਇਆ। ਇੱਕ ਮੈਨੂੰ ਯਾਦ ਆ ਸੇਰਾ ਪਿੰਡ ਪਟਿਆਲੇ 'ਚ,
ਉੱਥੇ ਸੁਖਚੈਨ ਸਿੰਘ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀਗਾ। ਪਿੰਡ ਦਾ ਸਰਪੰਚ ਹਾਕਮ ਸਿੰਘ ਜਿਹੜਾ ਕਾਂਗਰਸ ਦਾ ਸਰਪੰਚ ਆ, ਸਾਰੀ ਪੰਚਾਇਤ ਨੇ ਗਵਾਹੀ ਦਿੱਤੀ ਕਿ ਸਾਡੀ ਹਾਜ਼ਰੀ ਵਿੱਚ ਪੰਜਾਬ ਪੁਲਿਸ ਪਲੇਨ ਕੱਪੜਿਆਂ ਵਿੱਚ 2-3 ਬੰਦੇ ਆਏ, ਕਹਿੰਦੇ ਜੀ ਸੁਖਚੈਨ ਨੂੰ ਪੁੱਛਗਿੱਛ ਲਈ ਲੈ ਕੇ ਜਾਣਾ ਪਟਿਆਲੇ, ਲੈ ਗਏ। 3 ਦਿਨ ਬਾਅਦ ਪੰਚਾਇਤ ਨੇ ਪੜਿਆ ਕਿ ਉਹਨੂੰ ਸਮਾਣੇ ਦੇ ਇੱਕ ਗਾਜੇਵਾਸ ਪਿੰਡ ਆ, ਉੱਥੇ ਨਾਕੇ ਤੇ 4 ਮੁੰਡਿਆਂ ਨੂੰ ਪਿਸਤੌਲਾਂ ਨਾਲ ਗ੍ਰਿਫਤਾਰ ਕੀਤਾ। ਇਜ਼ ਦੈਟ ਨਾਟ ਡਾਇਰੈਕਟਲੀ ਪਲਾਂਟਿੰਗ ਵੈਪਨਸ ਔਨ ਥੀਸ ਪੂਅਰ ਪੀਪਲ? ਔਰ ਅਸੀਂ ਉਹਦੀ ਲੜਾਈ ਲੜੀ ਔਰ ਪਿੰਡ ਦੀ ਪੰਚਾਇਤ ਨੇ ਡਟ ਕੇ ਗਵਾਹੀ ਦਿੱਤੀ। ਅੱਜ ਉਹ ਨੌਜਵਾਨ ਬਾਹਰ ਹੈ। ਉਸੇ FIR ਵਿੱਚ ਅੰਮ੍ਰਿਤਪਾਲ ਸਿੰਘ ਪਿੰਡ ਅਚਾਨਕ ਪਿੰਡ ਦਾ ਇੱਕ ਨੌਜਵਾਨ, ਉਹ ਦਿਹਾੜੀਦਾਰ ਤੇ ਛੋਟੇ ਜਿਹੇ ਇੰਨਾ 50 ਕਿਲੋ ਭਾਰ ਹੋਣਾ ਉਹਦਾ, ਤੇ ਪਿੰਡ ਵਾਲਿਆਂ ਨੇ ਜਦੋਂ ਪਿੰਡ ਗਿਆ ਉਹ ਕਹਿੰਦੇ ਜੀ ਇਹਦਾ ਨਾਂ ਖਾਲਿਸਤਾਨ ਨਾਲ ਜੋੜਦਾ, ਇਹ ਤਾਂ ਬੀੜੀਆਂ ਪੀਂਦਾ ਵਾ, ਇਹ ਤਾਂ ਤੰਬਾਕੂ ਪੀਂਦਾ ਵਾ, ਇਹ ਖਾਲਿਸਤਾਨ ਹੋ ਸਕਦਾ? ਆਫਟਰ ਆਲ ਜਦੋਂ ਕੋਈ ਖਾਲਿਸਤਾਨ ਦੀ ਆਈਡੀਓਲੋਜੀ ਪ੍ਰੋਪਗੇਟ ਕਰਦਾ, ਉਹਦਾ ਕੋਈ ਆਪਣੀ ਸ਼ਕਲ ਸੂਰਤ, ਕੋਈ ਉਹਦੀ ਸੋਚ ਵਿਚਾਰਧਾਰਾ ਜੁੜਨੀ ਚਾਹੀਦੀ ਹੈ ਨਾ। ਉਹਨੂੰ ਵੀ ਰਿਲੀਜ਼ ਕਰਾਇਆ। ਇੱਕ ਮੁੰਡਾ ਪਹਿਲਾਂ ਮਜੀਠੇ ਦਾ ਬੁੱਕ ਕੀਤਾ ਸੀਗਾ, ਉਹਨੂੰ ਟਾਈਮ ਸਿਰ ਹੀ ਪੁਲਿਸ ਨੇ ਛੱਡ ਦਿੱਤਾ। ਇੱਕ ਨੌਜਵਾਨ ਲਵਪ੍ਰੀਤ ਸਿੰਘ, ਉਹ ਸਮਾਣੇ ਦਾ ਸਮਾਣੇ ਦੇ ਨਹੀਂ, ਕੈਥਲ ਦੇ ਵਿੱਚ ਪਿੰਡ ਸੀਗਾ ਉਹਦਾ, ਸ਼ਾਇਦ ਆਮ ਫੋਰਗੇਟਿੰਗ ਦ ਨੇਮ ਆਫ ਦ ਵਿਲੇਜ। ਉਹ ਇੱਕ ਜਿਹੜੇ CCTV ਕੈਮਰਾਜ਼ ਦੀ ਦੁਕਾਨ ਤੇ 8-9 ਹਜ਼ਾਰ ਰੁਪਏ ਦੀ ਨੌਕਰੀ ਕਰਦਾ ਸੀ, ਤੇ ਜਦੋਂ ਲੋਕਡਾਊਨ ਵਿੱਚ ਸ਼ਾਹੀਨ ਬਾਗ ਦਾ ਮੋਰਚਾ ਚੱਲਿਆ, ਉਹ ਲੰਗਰ ਦੀ ਸੇਵਾ ਵਿੱਚ ਚਲੇ ਗਿਆ। ਪਹਿਲਾਂ ਯੂਆਪਾ ਦਿੱਲੀ ਪੁਲਿਸ ਨੇ ਉੱਥੇ ਲਾਈ, ਤੇ ਇਹ ਇੱਕ ਦੋ ਯੂਆਪਾ ਦਾ ਮਸਲਾ ਮੁਕੱਦਮਾ ਉਹਦੇ ਤੇ ਇੱਥੇ ਦਰਜ ਕੀਤਾ। ਨਾਓ ਦਿਸ ਇਜ਼ ਵਾਟ ਇਜ਼ ਹੈਪਨਿੰਗ ਇਨ ਪੰਜਾਬ। ਔਰ ਅਨਫੋਰਚੂਨੇਟਲੀ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹਨੂੰ ਫੁੱਟ ਹੋਲਡ NIA ਨੂੰ, ਉਸ ਏਜੰਸੀ ਦੇ ਪੈਰ ਇਹਨਾਂ ਦੋਨਾਂ ਸਰਕਾਰਾਂ ਨੇ ਲਗਵਾਏ ਨੇ ਮੇਰੇ ਵੀਰੋ। ਸੁਖਬੀਰ ਸਿੰਘ ਬਾਦਲ ਨੂੰ ਮੈਂ ਪੁੱਛਣਾ ਚਾਹੁੰਦਾ, ਤੈਨੂੰ ਪਤਾ ਹੈ ਉਹ 3 ਜਿਹੜੇ ਨੌਜਵਾਨ ਨਾ ਲਿਟਰੇਚਰ ਪੜ੍ਹੀ, ਉਹਨੂੰ ਉਮਰ ਕੈਦ ਕੀਤੀ ਆ, ਲਾਈਫ ਸੈਂਟੈਂਸ, ਜਸਟ ਫॉर ਹੈਵਿੰਗ ਲਿਟਰੇਚਰ, ਜਸਟ ਫॉर ਹੈਵਿੰਗ ਫੋਟੋਜ਼। ਪਤਾ ਨਹੀਂ ਕਿੱਡਾ ਕਮਲਾ ਜੱਜ ਹੋਣਾ ਉਹ, ਮੈਂਟਲ। ਔਰ ਉਹਨਾਂ ਦੀ ਵਿਚਾਰਿਆਂ ਦੀ ਕੋਈ ਸੁਣਵਾਈ ਨਹੀਂ ਹੋਈ। ਸੁਖਬੀਰ ਸਿੰਘ ਦੇਖੋ 3 ਬੇਗੁਨਾਹ ਅੰਦਰ ਜੇਲ੍ਹ ਉਮਰ ਕੈਦ ਲਈ ਜਾਣਗੇ। ਸੁਖਬੀਰ ਦੀ ਆਤਮਾ ਕਦੀ ਵੀ ਚੈਨ ਨਾਲ ਨਹੀਂ ਸੌਂ ਸਕਦੀ, ਤੇ ਹੁਣ ਉਹ ਬੋਲਦਾ ਕਿ ਯੂਆਪਾ ਦਾ ਦੁਰਉਪਯੋਗ ਕਰ। ਤੁਸੀਂ ਕਰਾਇਆ ਸ਼ੁਰੂ ਸਾਰਾ ਕੁਝ।